हाँ जी, सत श्री अकाल जी। एक बार फिर तो बहुत बहुत स्वागत है ਤੁਹਾਡਾ ਸਾਰਿਆਂ ਦਾ ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ 8ਵੀਂ ਸ਼੍ਰੇਣੀ ਦਾ ਅੱਜ ਅਸੀਂ SST ਦਾ ਲੈਸਨ ਨੰਬਰ 19 ਨੈਸ਼ਨਲ ਮੂਵਮੈਂਟ 1919 ਤੋਂ ਲੈ ਕੇ 1947 ਈਸਵੀ ਤੱਕ ਦੇ ਜੋ ਨੈਸ਼ਨਲ ਮੂਵਮੈਂਟ ਯਾਨੀ ਕਿ ਜੋ ਸੰਘਰਸ਼ ਦੇ ਵਿੱਚ ਯੋਗਦਾਨ ਰਿਹਾ ਹੈ ਉਸ ਦੇ ਵਿਸ਼ੇ ਵਿੱਚ ਪੜ੍ਹਾਂਗੇ। ਤਾਂ ਤੁਹਾਨੂੰ ਦੱਸ ਦਈਏ ਕਿ PSEB ਦੀ ਬੋਰਡ ਦੇ ਅਨੁਸਾਰ ਸਾਈਡ ਬੋਰਡ ਦੇ ਅਨੁਸਾਰ ਜਿਹੜਾ ਸਿੱਖਿਆ ਬੋਰਡ ਦੇ ਮੁਤਾਬਕ ਜਿਹੜਾ 3 ਨੰਬਰ ਦਾ ਇੱਕ ਕੁਐਸਚਨ ਇਹਨਾਂ ਦੇ ਵਿੱਚੋਂ ਪੱਕਾ ਆਏਗਾ ਜੀ। ਤੋਂ ਇੱਕ ਸਿੱਧੇ ਤੌਰ ਤੇ ਤੁਹਾਡੇ 3 ਨੰਬਰ ਪੱਕੇ ਹੁੰਦੇ ਨੇ। ਇਹ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਲਰਨ ਰਾਈਟ ਇਸ ਦੀ ਨੋਟਸ ਤਿਆਰ ਕਰ ਲਓ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ, ਸਮਝ ਲਓ। ਇਹਨਾਂ ਦੇ ਵਿੱਚੋਂ 3 ਨੰਬਰ ਦਾ ਇੱਕ ਕੁਐਸਚਨ ਹਰ ਹਾਲਤ ਤੁਹਾਨੂੰ ਪੇਪਰ ਦੇ ਵਿੱਚ ਆਏਗਾ। ਤੋ ਇੰਗਲਿਸ਼ ਮੀਡੀਅਮ ਐਂਡ ਪੰਜਾਬੀ ਮੀਡੀਅਮ ਬੋਥ ਦੋਨੋਂ ਹੀ ਲੈਂਗੁਏਜ ਦੇ ਵਿੱਚ ਤੁਹਾਨੂੰ ਇੱਥੇ ਨੋਟਸ ਮਿਲ ਜਾਣਗੇ ਜੀ। ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਵੀਡੀਓ ਪਾਊਜ਼ ਕਰਕੇ ਇਸ ਨੂੰ ਆਪਣੀ ਕਾਪੀ ਉੱਪਰ ਉਤਾਰ ਸਕਦੇ ਹੋ। ਤਾਂ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਇਸ ਲਈ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਫਟਾਫਟ ਇਹਨਾਂ ਨੂੰ ਪੜ੍ਹਾਂਗੇ ਔਰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਹੈ ਜਿਸ ਤਰ੍ਹਾਂ ਸਾਈਮਨ ਕਮਿਸ਼ਨ ਤੇ ਇੱਕ ਨੋਟ ਲਿਖੋ। ਤਾਂ ਸਾਈਮਨ ਕਮਿਸ਼ਨ ਜੋ ਸੀਗਾ 1928 ਈਸਵੀ ਦੇ ਵਿੱਚ 1919 ਈਸਵੀ ਦੇ ਐਕਟ ਲਈ ਸੁਧਾਰਾਂ ਬਾਰੇ ਪੁੱਛਣ ਲਈ ਜਿਹੜਾ ਨਿਯੁਕਤ ਕੀਤਾ ਗਿਆ ਸੀ। ਯਾਨੀ ਕਿ 1919 ਈਸਵੀ ਦੇ ਵਿੱਚ ਇੱਕ ਐਕਟ ਜਿਹੜਾ ਪਾਸ ਕੀਤਾ ਗਿਆ ਸੀਗਾ ਬ੍ਰਿਟਿਸ਼ ਸਰਕਾਰ ਵੱਲੋਂ। ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਊਣਤਾਈਆਂ ਸੀਗੀਆਂ, ਤਾਂ ਉਸ ਦਾ ਵਿਰੋਧ ਕੀਤਾ ਗਿਆ ਸੀ। ਇਸ ਕਰਕੇ ਸਾਈਮਨ ਕਮਿਸ਼ਨ ਇੱਕ ਨਿਯੁਕਤ ਕੀਤਾ ਗਿਆ ਬ੍ਰਿਟਿਸ਼ ਸਰਕਾਰ ਵੱਲੋਂ 1928 ਈਸਵੀ ਦੇ ਵਿੱਚ ਜੋ ਭਾਰਤ ਆਇਆ ਸੀ। ਇਸ ਕਮਿਸ਼ਨ ਵਿੱਚ ਸਾਰੇ ਬ੍ਰਿਟਿਸ਼ ਜਿਹੜੇ ਮੈਂਬਰ ਸੀਗੇ, ਟੋਟਲ ਜਿਹੜੇ 7 ਮੈਂਬਰ ਸੀਗੇ, ਉਹ ਸਾਰੇ ਦੇ ਸਾਰੇ ਬ੍ਰਿਟਿਸ਼ ਮੈਂਬਰ ਸਨ। ਕਮਿਸ਼ਨ ਦਾ ਕਾਲੇ ਝੰਡਿਆਂ ਨਾਲ ਤਾਂ ਇਹ ਭਾਰਤੀ ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਵਿਰੋਧ ਕੀਤਾ ਸੀ ਇਸ ਦਾ, ਕਿਉਂਕਿ ਭਾਰਤ ਦੇ ਵਿਸ਼ੇ ਦੇ ਵਿੱਚ ਗੱਲ ਹੋ ਰਹੀ ਸੀ ਤਾਂ ਕੋਈ ਵੀ ਭਾਰਤੀ ਉਹਦੇ ਵਿੱਚ ਮੈਂਬਰ ਨਹੀਂ ਸੀ, ਤਾਂ ਸਾਰੇ ਦੇ ਸਾਰੇ ਬ੍ਰਿਟਿਸ਼ ਹੀ ਮੈਂਬਰ ਸਨ। ਤਾਂ ਇਸ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਸੀ ਭਾਰਤੀ ਲੋਕਾਂ ਦੁਆਰਾ। ਤਾਂ ਜਦੋਂ ਸਾਈਮਨ ਕਮਿਸ਼ਨ 1928 ਈਸਵੀ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਦਾ ਜਿਹੜਾ ਕਾਲੇ ਝੰਡਿਆਂ ਦੇ ਨਾਲ ਉਸ ਦਾ ਕੀ ਹੈ ਵਿਰੋਧ ਕੀਤਾ ਜਾਂਦਾ ਹੈ। ਠੀਕ ਹੈ, ਸਰਕਾਰੀ ਲਾਠੀਚਾਰਜ ਹੋਈ ਤਾਂ ਉਸ ਸਮੇਂ ਜੋ ਅਸੀਂ ਪੜ੍ਹਦੇ ਹਾਂ ਕਿ ਲਾਠੀਚਾਰਜ ਦਾ ਹੁਕਮ ਦਿੱਤਾ ਗਿਆ ਸੀਗਾ। ਤਾਂ ਉਸ ਲਾਠੀਚਾਰਜ ਦੇ ਵਿੱਚ ਜੋ ਹੁਕਮ ਦਿੱਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਜ਼ਖਮੀ ਹੋਏ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ। ਠੀਕ ਹੈ ਜੀ, ਤਾਂ ਸਾਈਮਨ ਕਮਿਸ਼ਨ ਦੇ ਨੋਟ ਦੇ ਵਿੱਚ ਅਸੀਂ ਇੰਨੀ ਜਾਣਕਾਰੀ ਰੱਖਣੀ ਆ। ਬਾਕੀ ਸਾਡੀ ਬੁੱਕ ਦੇ ਉੱਪਰ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਪੜ੍ਹ ਸਕਦੇ ਕਿ ਲਾਠੀਚਾਰਜ ਦੇ ਵਿੱਚ ਅਸੀਂ ਜਾਣਦੇ ਕਿ ਭਗਤ ਸਿੰਘ ਹਰਾਂ ਨੇ ਵੀ ਇਸ ਲਾਠੀਚਾਰਜ ਦੇ ਵਿੱਚ ਹਿੱਸਾ ਲਿਆ ਸੀਗਾ। ਤਾਂ ਲਗਭਗ 22 ਦਿਨ ਦੇ ਨਾਲ, ਕਿਉਂਕਿ ਲਾਠੀਆਂ ਨਾਲ ਜਿਹੜਾ ਸਿਰ ਦੇ ਉੱਪਰ ਵਾਰ ਕੀਤਾ ਗਿਆ ਸੀ ਲਾਲਾ ਲਾਜਪਤ ਰਾਏ ਜੀ ਦੇ, ਤਾਂ ਉਹਨਾਂ ਦੀ ਜਿਹੜੀ ਮੌਤ ਹੋਈ ਸੀ। ਤਾਂ ਇਸ ਦਾ ਜਿਹੜਾ ਜ਼ਿੰਮੇਵਾਰ ਸੀਗਾ, ਮੁੱਖ ਜ਼ਿੰਮੇਵਾਰ ਸੀ, ਉਸ ਨੂੰ ਜਿਹੜਾ ਬਾਅਦ ਦੇ ਵਿੱਚ ਕ੍ਰਾਂਤੀਕਾਰੀਆਂ ਵੱਲੋਂ ਸਜ਼ਾ ਵੀ ਦਿੱਤੀ ਗਈ ਸੀ। ਅੱਛਾ ਜੀ, ਅਗਲਾ ਕੁਐਸਚਨ ਹੈ ਜੀ ਸਿਵਲ ਨਾਫਰਮਾਨੀ ਅੰਦੋਲਨ। ਠੀਕ ਹੈ ਜੀ, ਤਾਂ ਅੰਗਰੇਜ਼ੀ ਮੀਡੀਅਮ ਵਾਲੇ ਬੱਚੇ ਜ਼ਰੂਰ ਇਸ ਨੂੰ ਇੱਕ ਵਾਰ ਵੀਡੀਓ ਪਾਊਜ਼ ਕਰਕੇ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਲਿਖ ਲੈਣਗੇ। ਸਿਵਲ ਨਾਫਰਮਾਨੀ ਅੰਦੋਲਨ ਤੇ ਇੱਕ ਨੋਟ ਲਿਖਣਾ ਹੈ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਮਹਾਤਮਾ ਗਾਂਧੀ ਜੀ ਨੇ 1930 ਤੋਂ 1934 ਈਸਵੀ ਤੱਕ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ। ਉਹਨਾਂ ਨੇ ਇੱਕ ਪਿੰਡ ਡਾਂਡੀ ਵਿੱਚ ਸਮੁੰਦਰ ਦੇ ਪਾਣੀ ਤੋਂ ਲੂਣ ਬਣਾ ਕੇ ਲੂਣ ਕਾਨੂੰਨ ਯਾਨੀ ਕਿ ਨਮਕ ਕਾਨੂੰਨ ਤੋੜਿਆ ਸੀ। ਲੋਕਾਂ ਨੇ ਸਰਕਾਰੀ ਨੌਕਰੀਆਂ ਤੋਂ ਅਸਤੀਫਾ ਦੇ ਦਿੱਤਾ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹਨਾਂ ਨੇ ਕੀ ਕੀਤਾ ਸੀ, ਸਰਕਾਰੀ ਯਾਨੀ ਕਿ ਬ੍ਰਿਟਿਸ਼ ਜਿਹੜੇ ਸਰਕਾਰ ਸੀਗੀ ਉਸ ਟਾਈਮ ਸਾਡੇ ਦੇਸ਼ ਦੇ ਉੱਪਰ ਅਸੀਂ ਜਾਣਦੇ ਕਿ ਅੰਗਰੇਜ਼ਾਂ ਦਾ ਸ਼ਾਸਨ ਸੀ। ਤਾਂ ਬਹੁਤ ਸਾਰੇ ਜਿਹੜੇ ਨਾਗਰਿਕਾਂ ਨੇ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਨੌਕਰੀਆਂ ਤੋਂ ਅਤੇ ਵਿਦੇਸ਼ੀ ਮਾਲ ਨੂੰ ਸਾੜ ਦਿੱਤਾ ਸੀ। ਬਾਈਕਾਟ ਕੀਤਾ ਗਿਆ ਸੀਗਾ ਵਿਦੇਸ਼ੀ ਮਾਲ ਦਾ। ਸਵਦੇਸ਼ੀ ਚਲਾਓ ਅੰਦੋਲਨ ਅੱਜ ਵੀ ਅਸੀਂ ਜਾਣਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ ਵਿਸ਼ੇਸ਼ ਹੈ ਕਿ 2 ਅਕਤੂਬਰ ਜਾਂ ਗਾਂਧੀ ਜਯੰਤੀ 'ਤੇ ਇਸ ਦੀ ਵਿਸ਼ੇਸ਼ ਹੁੰਦਾ ਹੈ ਕਿ ਸਵਦੇਸ਼ੀ ਅਪਣਾਓ। ਠੀਕ ਹੈ, ਤਾਂ ਉਸ ਟਾਈਮ ਵੀ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਠੀਕ ਹੈ ਜੀ ਸਰਕਾਰੀ ਨੌਕਰੀਆਂ ਦਾ ਬਾਈਕਾਟ ਕੀਤਾ ਗਿਆ ਔਰ ਜੋ ਵਿਦੇਸ਼ੀ ਮਾਲ ਸੀਗਾ ਉਸ ਦਾ ਵੀ ਬਾਈਕਾਟ ਕੀਤਾ ਗਿਆ। ਠੀਕ ਹੈ ਜੀ, ਜਿਸ ਦੇ ਵਿੱਚ ਕੱਪੜੇ ਸੀ, ਹੋਰ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਸੀ, ਉਸ ਦਾ ਬਾਈਕਾਟ ਕੀਤਾ ਗਿਆ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡੇ ਕੋਲੇ ਭਾਰਤ ਛੱਡੋ ਅੰਦੋਲਨ ਦੇ ਨੋਟ ਲਿਖੋ। ਤਾਂ ਗਾਂਧੀ ਜੀ ਨੇ 8 ਅਗਸਤ 1942 ਈਸਵੀ ਨੂੰ ਭਾਰਤ ਛੱਡੋ ਅੰਦੋਲਨ ਨੂੰ ਸ਼ੁਰੂ ਕੀਤਾ। ਸਰਕਾਰ ਨੇ ਗਾਂਧੀ ਜੀ ਅਤੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਨੇ ਪੁਲਿਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹਮਲੇ ਕੀਤੇ। ਬ੍ਰਿਟਿਸ਼ ਸਰਕਾਰ ਅੰਦੋਲਨ ਨੂੰ ਦਬਾਉਣ ਵਿੱਚ ਅਸਫਲ ਰਹੀ। ਤਾਂ ਭਾਰਤ ਛੱਡੋ ਅੰਦੋਲਨ ਆ ਜਿਹੜਾ 8 ਅਗਸਤ 1942 ਈਸਵੀ ਨੂੰ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ। ਡੇਟਸ ਯਾਦ ਰੱਖਣੀਆਂ ਜ਼ਰੂਰ ਅਸੀਂ। ਇਸ ਤੋਂ ਇਲਾਵਾ ਆਪਣੀ ਬੁੱਕ ਦੀ ਸਹਾਇਤਾ ਦੇ ਨਾਲ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ। ਇਸ ਤੋਂ ਇਲਾਵਾ ਅਸੀਂ ਆਪਣੀ ਬੁੱਕ ਤੋਂ ਹੋਰ ਮਟੀਰੀਅਲ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ। ਠੀਕ ਹੈ ਜੀ, ਸਰਕਾਰ ਨੇ ਗਾਂਧੀ ਵੈਸੇ ਜੇ ਤੁਸੀਂ ਚਾਹੋ ਤਾਂ ਇੰਨਾ ਤੁਸੀਂ ਯਾਦ ਰੱਖੋ ਤਾਂ ਤੁਹਾਨੂੰ ਇੱਕ ਵਧੀਆ ਨੰਬਰ ਜਿਹੜੇ ਤੁਸੀਂ ਇਸ ਜਿਹੜਾ ਤੁਹਾਡਾ ਸੈਕੰਡ ਟਰਮ ਦਾ ਸਾਡਾ ਪੇਪਰ ਹੋਣਾ ਹੈ SST ਦਾ ਉਹਦੇ ਵਿੱਚੋਂ ਪ੍ਰਾਪਤ ਕਰ ਸਕਦੇ ਹੋ। ਗਾਂਧੀ ਜੀ ਅਤੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੋਕਾਂ ਨੇ ਪੁਲਿਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹਮਲਾ ਕੀਤਾ। ਬ੍ਰਿਟਿਸ਼ ਸਰਕਾਰ ਅੰਦੋਲਨ ਨੂੰ ਦਬਾਉਣ ਵਿੱਚ ਅਸਫਲ ਰਹੀ। ਠੀਕ ਹੈ ਜੀ, ਅਗਲਾ ਹੈ ਆਜ਼ਾਦ ਹਿੰਦ ਫੌਜ 'ਤੇ ਨੋਟ ਲਿਖਣਾ ਹੈ। ਤਾਂ ਸੁਭਾਸ਼ ਚੰਦਰ ਬੋਸ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਜਾਪਾਨ ਦੇ ਵਿੱਚ ਜਿਹੜੀ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਸੀ। ਉਸਨੇ ਦਿੱਲੀ ਚੱਲੋ, ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ,
ਅਤੇ ਜੈ ਹਿੰਦ ਦੇ ਨਾਅਰੇ ਲਾਏ। ਠੀਕ ਹੈ, ਜਾਣੀ ਕਿ ਨਾਅਰੇ ਜਿਹੜੇ ਸੁਭਾਸ਼ ਚੰਦਰ ਬੋਸ ਜੀ ਦੁਆਰਾ ਸਾਨੂੰ ਦਿੱਤੇ ਗਏ ਸੀ। ਪਰ ਜਾਪਾਨ ਦੂਜੇ ਵਿਸ਼ਵ ਯੁੱਧ ਵਿੱਚ ਜਦ ਹਾਰ ਗਿਆ ਸੀਗਾ, ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਾਪਾਨ ਦੀ ਹਾਰ ਹੋ ਗਈ, ਇਸ ਲਈ ਆਜ਼ਾਦ ਹਿੰਦ ਫੌਜ ਜਿਹੜਾ ਆਜ਼ਾਦੀ ਦਿਵਾਉਣ ਵਿੱਚ ਅਸਫਲ ਰਹੀ, ਤਾਂ ਇਸ ਦਾ ਵੀ ਪ੍ਰਭਾਵ ਕੀ ਆ, ਘਟ ਗਿਆ ਸੀਗਾ, ਕਿਉਂਕਿ ਇਸ ਦੀ ਸਥਾਪਨਾ ਉਸਨੇ ਜਾਪਾਨ ਵਿੱਚ ਕੀਤੀ ਸੀ। ਸੁਭਾਸ਼ ਚੰਦਰ ਬੋਸ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਵੀ ਅਸੀਂ ਉਹਨਾਂ ਨੂੰ ਜਾਣਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡਾ, ਗਾਂਧੀ ਯੁੱਗ ਦੀ ਵਿਆਖਿਆ ਕਰੋ। ਗਾਂਧੀਵਾਦੀ ਯੁੱਗ ਦੀ ਵਿਆਖਿਆ ਕਰੋ। ਤਾਂ ਗਾਂਧੀਵਾਦੀ ਯੁੱਗ ਦੇ ਵਿੱਚ ਅਸੀਂ ਵੇਖਦੇ ਹਾਂ ਕਿ 1919 ਤੋਂ ਲੈ ਕੇ 1947 ਈਸਵੀ ਤੱਕ ਦੇ ਸਮੇਂ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ। ਠੀਕ ਹੈ, 1919 ਈਸਵੀ ਤੋਂ ਲੈ ਕੇ 1947 ਤੱਕ ਦਾ ਜਿਹੜਾ ਸਮਾਂ ਉਸਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ। ਮਹਾਤਮਾ ਗਾਂਧੀ ਜੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਅਸਹਿਯੋਗ ਅੰਦੋਲਨ 1920, ਸਿਵਲ ਨਾਫਰਮਾਨੀ ਅੰਦੋਲਨ 1930 ਅਤੇ ਭਾਰਤ ਛੱਡੋ ਅੰਦੋਲਨ 1942 ਈਸਵੀ ਨੂੰ ਸ਼ੁਰੂਆਤ ਕੀਤੀ ਸੀ ਇਹਨਾਂ ਦੀ। ਉਸ ਸਮੇਂ ਦੌਰਾਨ ਉਹ ਕੌਮੀ ਆਗੂ ਸਨ। ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤ ਕਰ ਲਈ। ਠੀਕ ਹੈ ਜੀ, ਭਾਰਤ ਨੇ 15 ਅਗਸਤ 1947 ਈਸਵੀ ਨੂੰ ਜਿਹੜੀ ਇਹ ਆਜ਼ਾਦੀ ਪ੍ਰਾਪਤ ਕਰਤੀ ਸੀ। ਠੀਕ ਹੈ ਜੀ, ਉਸ ਤੋਂ ਅੱਗੇ ਹੈਗਾ ਜਿਹੜਾ ਕੁਐਸਚਨ ਨੰਬਰ ਸਾਡਾ 13 ਹੈ ਕਿ ਮਹਾਤਮਾ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਗਏ ਅਸਹਿਯੋਗ ਅੰਦੋਲਨ ਦੀ ਵਿਆਖਿਆ ਕਰਨੀ ਹੈ ਅਸੀਂ। ਮਹਾਤਮਾ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਗਏ, ਤਾਂ ਮਹਾਤਮਾ ਗਾਂਧੀ ਜੀ ਨੇ 1920 ਈਸਵੀ ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ। ਠੀਕ ਹੈ ਜੀ, ਮਹਾਤਮਾ ਗਾਂਧੀ ਜੀ ਦੇ ਦੱਸੇ ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰੀ ਸੇਵਾਵਾਂ, ਜੋ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਕਿ ਵਿੱਚ ਅਸਤੀਫੇ ਦੇ ਦਿੱਤੇ ਸੀ ਸਰਕਾਰੀ ਨੌਕਰੀਆਂ ਤੋਂ। ਵਿਦਿਆਰਥੀਆਂ ਨੇ ਸਕੂਲਾਂ ਕਾਲਜਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ। ਲੋਕਾਂ ਨੇ ਵਿਦੇਸ਼ੀ ਕੱਪੜਿਆਂ ਤੇ ਸਮਾਨ ਦਾ ਬਾਈਕਾਟ ਕੀਤਾ, ਉਹਨੂੰ ਸਾੜਿਆ, ਉਹਨਾਂ ਦੀਆਂ ਦੁਕਾਨਾਂ ਦੇ ਸਾਹਮਣੇ ਸਾੜ ਦਿੱਤਾ। 1922 ਈਸਵੀ ਵਿੱਚ ਗਾਂਧੀ ਜੀ ਨੇ ਇਸ ਅੰਦੋਲਨ ਨੂੰ ਬੰਦ ਕਰ ਦਿੱਤਾ। ਠੀਕ ਹੈ, ਇਹ ਵੀ ਇੱਕ ਘਟਨਾ ਹੈ ਕਿ ਕਿਉਂ ਬੰਦ ਕੀਤਾ ਸੀ ਅਸਹਿਯੋਗ ਅੰਦੋਲਨ। ਠੀਕ ਹੈ, 1922 ਈਸਵੀ ਦੇ ਵਿੱਚ ਇਸ ਅੰਦੋਲਨ ਨੂੰ ਬੰਦ ਕਰ ਦਿੱਤਾ ਸੀ। ਪ੍ਰਸ਼ਨ ਨੰਬਰ 14 ਦੇ ਵਿੱਚ ਹੈਗਾ ਕਿ ਇਨਕਲਾਬੀ ਲਹਿਰ ਦੀ ਵਿਆਖਿਆ ਕਰਨੀ ਹੈ। ਠੀਕ ਹੈ ਜੀ, ਤਾਂ ਕ੍ਰਾਂਤੀਕਾਰੀ ਗਤੀਵਿਧੀਆਂ ਰਾਹੀਂ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਵਾਉਣ ਲਈ ਇਨਕਲਾਬੀ ਲਹਿਰ ਸ਼ੁਰੂ ਕੀਤੀ ਗਈ ਸੀ। ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਨੇ ਅੰਗਰੇਜ਼ ਅਫਸਰ ਸੈਂਡਰਸ ਨੂੰ ਮਾਰ ਦਿੱਤਾ ਸੀ। ਠੀਕ ਹੈ, ਤਾਂ ਅਸੀਂ ਉੱਪਰ ਪੜ੍ਹਿਆ ਸਾਈਮਨ ਕਮਿਸ਼ਨ ਤੇ ਜੋ ਲਾਠੀ ਚਾਰਜ ਦਾ ਹੁਕਮ ਦਿੱਤਾ ਗਿਆ ਸੀ ਉਹ ਇਸੇ ਅੰਗਰੇਜ਼ ਅਫਸਰ ਸੈਂਡਰਸ ਦੁਆਰਾ ਦਿੱਤਾ ਗਿਆ ਸੀ। ਠੀਕ ਹੈ, ਔਰ ਲਾਲਾ ਲਾਜਪਤ ਰਾਏ ਜੀ ਦੇ ਸਿਰ ਤੇ ਜਿਹੜਾ ਲਾਠੀਆਂ ਨਾਲ ਵਾਰ ਕੀਤਾ ਗਿਆ ਸੀ ਇਸੇ ਅੰਗਰੇਜ਼ ਅਫਸਰ ਦੁਆਰਾ ਕੀਤਾ ਗਿਆ ਸੀ। ਤਾਂ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਭਗਤ ਸਿੰਘ ਉਸ ਜਿਹੜਾ ਵਿਦਰੋਹ ਦੇ ਵਿੱਚ ਮੌਜੂਦ ਸੀਗੇ। ਠੀਕ ਹੈ, ਤਾਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਵਿੱਚ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਬ੍ਰਿਟਿਸ਼ ਸਰਕਾਰ ਨੇ ਅੰਦੋਲਨ ਨੂੰ ਦਬਾਉਣ ਲਈ ਇਹਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਦਿੱਤੀ ਸੀ। ਤੇ ਅਸੀਂ ਜਾਣਦੇ ਹਾਂ ਇਹ ਸੈਂਡਰਸ ਦੀ ਮਾਰ ਕਤਲ ਦੇ ਜ਼ੁਲਮ ਦੇ ਵਿੱਚ ਰਾਜਗੁਰੂ, ਭਗਤ ਸਿੰਘ ਅਤੇ ਸੁਖਦੇਵ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਔਰ ਨਾਲ ਹੀ ਜਿਹੜਾ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਉੱਪਰ ਦਿੱਲੀ ਦੇ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਜੋ ਉਹਨਾਂ ਨੇ, ਹਾਲਾਂਕਿ ਇਹਨਾਂ ਦਾ ਬੰਬ ਸੁੱਟਣ ਨਾਲ ਕਿਸੇ ਨੂੰ ਕੋਈ ਜ਼ਖਮੀ ਨਹੀਂ ਹੋਇਆ ਸੀ, ਪਰ ਫਿਰ ਵੀ ਇਹਨਾਂ ਦੇ ਉੱਪਰ ਜਿਹੜਾ ਮੁਕੱਦਮਾ ਚਲਾ ਕੇ ਇਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਇਹ ਕ੍ਰਾਂਤੀਕਾਰੀਆਂ। ਠੀਕ ਹੈ ਜੀ, ਇਸ ਅੰਦੋਲਨ ਨੂੰ ਤਾਂ ਇਨਕਲਾਬੀ ਲਹਿਰ ਸੀ। ਗੁਰਦੁਆਰਾ ਸੁਧਾਰ ਲਹਿਰ ਬਾਰੇ ਦੱਸੋ। ਤਾਂ ਇਹ ਗੁਰਦੁਆਰਾ ਸੁਧਾਰ ਲਹਿਰ 1920 ਤੋਂ 1925 ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸੀ। ਠੀਕ ਹੈ ਜੀ, ਗੁਰਦੁਆਰਾ ਸਾਹਿਬ ਦੇ ਉੱਪਰ ਜਿਹੜਾ ਮਹੰਤਾਂ ਦਾ ਕਬਜ਼ਾ ਸੀ ਉਹਨਾਂ ਨੂੰ ਮੁਕਤ ਕਰਵਾਉਣ ਲਈ ਸੀ। ਅਕਾਲੀਆਂ ਨੇ ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਆਦਿ ਮੋਰਚੇ ਸ਼ੁਰੂ ਕੀਤੇ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾ ਲਿਆ। ਇਸ ਤਰ੍ਹਾਂ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਮੋਰਚੇ ਉਹਨਾਂ ਦੁਆਰਾ ਚਲਾਏ ਗਏ ਅਤੇ ਗੁਰਦੁਆਰਿਆਂ ਨੂੰ ਜਿਹੜਾ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ ਗਿਆ ਸੀ। ਠੀਕ ਹੈ ਜੀ, ਇਸ ਪ੍ਰਕਾਰ ਤੁਸੀਂ ਇਸ ਦੇ ਵਿੱਚ ਆਪਣੀ ਪੰਜਾਬ ਬੋਰਡ ਦੀ ਬੁੱਕ ਦੇ ਉੱਪਰੋਂ ਹੋਰ ਵੀ ਐਡ ਕਰ ਸਕਦੇ ਹੋ। ਇਹਨਾਂ ਕੁਐਸਚਨਸ ਦੇ ਵਿੱਚੋਂ ਇੱਕ ਤੁਹਾਨੂੰ 3 ਨੰਬਰ ਦਾ ਕੁਐਸਚਨ ਆਏਗਾ ਜੀ ਪੇਪਰ ਦੇ ਵਿੱਚ, ਡੈਫੀਨੇਟਲੀ ਆਏਗਾ, ਪੱਕਾ ਆਏਗਾ। ਤਾਂ ਇਸ ਕਰਕੇ ਇਹਨਾਂ ਕੁਐਸਚਨ ਦੀ ਰਿਵੀਜ਼ਨ ਜ਼ਰੂਰ ਲੈ ਲੈਣਾ, ਇਸ ਦੇ ਨੋਟਸ ਤਿਆਰ ਕਰ ਲੈਣਾ। ਹੋਰ ਵੀ ਮਟੀਰੀਅਲ ਆਪਣੇ ਕੋਲ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ। ਇੱਕ ਹਿੰਟ ਦੇ ਦਿੱਤਾ ਹੈ ਤੁਹਾਨੂੰ, ਤਾਂ ਯਾਦ ਰੱਖਣਾ 3 ਨੰਬਰ ਤੁਹਾਡੇ ਪੱਕੇ ਹੋ ਜਾਣੇ ਅਗਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹੋ। ਤਾਂ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਤੁਹਾਡੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਮਿੱਤਰ ਦੋਸਤ ਨੇ ਉਹਨਾਂ ਦੇ ਵੀ ਇਹ 3 ਨੰਬਰ ਪੱਕੇ ਪੇਪਰ ਦੇ ਵਿੱਚ ਪੱਕੇ ਹੋ ਜਾਣ। ਧੰਨਵਾਦ ਜੀ।